ਹੈਲੋ ਡੀਅਰ ਸਟੂਡੈਂਟਸ। ਹਾਂਜੀ, ਕੀ ਹਾਲ ਚਾਲ ਨੇ ਤੁਹਾਡੇ ਲਈ? ਅੱਜ ਮੈਂ ਬਹੁਤ ਹੀ ਮਜ਼ੇਦਾਰ ਅਕਬਰ ਬੀਰਬਲ ਦੀ ਕਹਾਣੀ ਲੈ ਕੇ ਆਈ ਹਾਂ। ਠੀਕ ਹੈ, ਪੜ੍ਹਾਂਗੇ ਅਤੇ ਮਾਣਾਂਗੇ ਆਨੰਦ ਆਪਾਂ ਕਹਾਣੀ ਦਾ, ਜਿਹੜੀ ਕਿ 7ਵੀਂ ਕਲਾਸ ਦੀ ਮਾਈ ਇੰਗਲਿਸ਼ ਕੰਪੈਨੀਅਨ ਬੁੱਕ ਆ, ਜਿਹੜੀ ਉਹਦੇ ਵਿੱਚ ਆ। ਕਹਾਣੀ ਦਾ ਨਾਂ ਕੀ ਆ? ਬੀਰਬਲਸ ਖਿਚੜੀ, ਬੀਰਬਲ ਦੀ ਖਿਚੜੀ। ਲੈਸਨ ਨੰਬਰ ਕਿੰਨਾ? 3 ਆ ਜੀ। ਵੈਰੀ ਗੁੱਡ। ਆਪਾਂ ਫੁੱਲ ਲੈਸਨ ਰੀਡ ਕਰਾਂਗੇ ਅਤੇ ਨਾਲ ਦੀ ਨਾਲ ਉਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਵੀ ਕਰਾਂਗੇ, ਤਾਂ ਕਿ ਤੁਹਾਨੂੰ ਉਹਦਾ ਮੀਨਿੰਗ ਚੰਗੀ ਤਰੀਕੇ ਨਾਲ ਸਮਝ ਆ ਸਕੇ, ਤੁਸੀਂ ਕਹਾਣੀ ਦਾ ਜਿਹੜਾ ਆਨੰਦ ਮਾਣ ਸਕੋ। ਸੋ ਕਰੇ ਸ਼ੁਰੂ। ਸੋ ਫਸਟ ਪ੍ਰੀ ਰੀਡਿੰਗ ਹੈ, ਡਿਕਸ਼ਨਰੀ ਰੈਫਰੈਂਸ, ਲਰਨਿੰਗ ਨਿਊ ਵਰਡਸ। ਅਸੀਂ ਵਕੈਬਲਰੀ ਲਈ ਨੋਟਬੁੱਕ ਲਗਾਈ ਹੋਈ ਆ, ਡਿਕਸ਼ਨਰੀ ਬਣਾ ਰਹੇ ਹਾਂ ਜਿਹੜੀ ਆਪਾਂ, ਇਹ ਉਹਦੇ 'ਤੇ ਨੋਟ ਕਰਨੇ ਨੇ ਵਰਡਸ ਬੇਟਾ। ਓਕੇ, ਤੁਸੀਂ ਇਹਦੇ ਲਈ ਡਿਕਸ਼ਨਰੀ ਯੂਜ਼ ਕਰ ਸਕਦੇ ਹੋ ਦੇਖਣ ਲਈ ਸ਼ਬਦਾਂ ਦੀ ਪ੍ਰੋਨਾਂਸੀਏਸ਼ਨ, ਸਪੈਲਿੰਗ, ਜਾਂ ਤੁਸੀਂ ਮੋਬਾਈਲ ਯੂਜ਼ ਕਰ ਸਕਦੇ ਹੋ। ਇਹਨਾਂ ਨੂੰ ਵਰਡਸ ਨੂੰ ਤੁਸੀਂ ਪੜ੍ਹਨਾ ਹੈ ਪਹਿਲਾਂ। ਚਲੋ ਜੀ, ਆਪਾਂ ਪੜ੍ਹਦੇ ਹਾਂ। ਫਸਟ ਵਰਡ ਹੈ ਗਲੋਇੰਗ। ਠੀਕ ਹੈ, ਗਲੋਇੰਗ ਪਹਿਲਾਂ ਬੋਲ ਲਓ, ਫਿਰ ਆਪਾਂ ਬਾਅਦ 'ਚ ਇਹਨਾਂ ਦਾ ਮੀਨਿੰਗ ਲਿਖ ਦਿੰਦੇ ਹਾਂ। ਓਕੇ, ਡਿਜ਼ਰਵ, ਵੈਰੀ ਗੁੱਡ, ਡਿਜ਼ਰਵ। ਹਾਂਜੀ, ਸਟਾਰਵਿੰਗ, ਸਟਾਰ ਪਾਇਆ ਹੈ ਨਾ ਮਗਰ, ਦੇਖੋ STAR, ਸਟਾਰਵਿੰਗ, ਸਟਾਰਵਿੰਗ। ਕੰਸੀਡਰ, ਕੀ ਵਰਡ ਆ? ਕੰਸੀਡਰ। ਨੈਕਸਟ ਵਰਡ ਫਰੋਜ਼ਨ, ਫਰੋਜ਼ਨ, ਬੋਲੋ ਫਿਰ, ਫਰੋਜ਼ਨ। ਓਕੇ, ਨੈਕਸਟ ਵਨ ਵਾਰਮਥ, ਕੀ ਵਰਡ ਆ? ਵਾਰਮਥ। ਨੈਕਸਟ ਐਕਸਟ੍ਰੀਮ, ਅਤੇ ਫਿਰ ਲਾਸਟ ਵਰਡ ਆ ਬ੍ਰਾਹਮਣ। ਓਕੇ, ਇਹਨਾਂ ਵਰਡਸ ਨੂੰ ਤੁਸੀਂ ਬੇਟਾ ਦੇਖਣਾ, ਇਹਨਾਂ ਦੇ ਮੀਨਿੰਗ ਆਪਾਂ ਲਿਖਦੇ ਹਾਂ ਕਿ ਕਿਵੇਂ ਵਰਤੇ ਗਏ ਨੇ। ਲਓ ਜੀ, ਹੁਣ ਐਕਟੀਵਿਟੀ 1 'ਚ ਗਲੋਇੰਗ। ਗਲੋ ਹੁੰਦਾ ਚਮਕਣਾ, ਚਮਕ, ਅਤੇ ਗਲੋਇੰਗ ਚਮਕ ਰਿਹਾ ਜਾਂ ਚਮਕਦਾ, ਪੰਜਾਬੀ 'ਚ ਆਪਾਂ ਉਹਨੂੰ ਕਹਿ ਸਕਦੇ ਹਾਂ। ਡਿਜ਼ਰਵ ਮੀਨਸ ਹੱਕਦਾਰ, ਆਪਾਂ ਕਹਿੰਦੇ ਮੈਂ ਇੰਨਾ ਕੰਮ ਕਰ ਲਿਆ, ਹੁਣ ਮੈਂ ਟਰੀਟ ਡਿਜ਼ਰਵ ਕਰਦਾ, ਹੈ ਨਾ। ਸੋ ਨੈਕਸਟ ਵਨ ਹੈ ਸਟਾਰਵਿੰਗ। ਸਟਾਰਵਿੰਗ ਮੀਨਸ ਹੁੰਦਾ ਭੁੱਖਮਰੀ, ਜਾਣੀ ਕਿ ਭੁੱਖ ਨਾਲ ਜਾਨ ਨਿਕਲ ਰਹੀ ਆ, ਉਹਨੂੰ ਆਪਾਂ ਸਟਾਰਵਿੰਗ ਕਹਿੰਦੇ ਹਾਂ। ਉਂਝ ਭੁੱਖ ਨੂੰ ਆਪਾਂ ਹੰਗਰ ਕਹਿ ਦਿੰਦੇ ਹਾਂ ਬੇਟਾ। ਠੀਕ ਆ, ਆਈ ਐਮ ਹੰਗਰੀ ਜਿੱਦਾਂ ਆਪਾਂ ਕਹਿੰਦੇ ਹਾਂ, ਪਰ ਉਹ ਹੰਗਰੀ ਇੰਨੀ ਆ ਵੀ ਅਸੀਂ ਅਗਰ ਨਾ ਮਿਲੇ ਤਾਂ ਸਾਰ ਸਕਦੇ ਹਾਂ, ਹੈ ਨਾ, ਥੋੜ੍ਹੀ ਦੇਰ। ਸਟਾਰਵਿੰਗ ਮੀਨਸ ਅਸੀਂ ਮਰ ਰਹੇ ਹਾਂ ਭੁੱਖ ਨਾਲ। ਓਕੇ, ਨੈਕਸਟ ਵਨ ਕੰਸੀਡਰ। ਕੰਸੀਡਰ, ਕੰਸੀਡਰ ਮੀਨਸ ਇਸ ਚੀਜ਼ 'ਤੇ ਧਿਆਨ ਦਿਓ, ਵਿਚਾਰ ਕਰੋ। ਓਕੇ, ਨੈਕਸਟ ਵਰਡ ਆ ਫਰੋਜ਼ਨ। ਫਰੋਜ਼ਨ ਦਾ ਮਤਲਬ ਹੁੰਦਾ ਜੰਮਿਆ ਹੋਇਆ। ਠੀਕ ਹੈ, ਚਿਲਡ ਜਾਂ ਆਈਸਡ, ਜਿਵੇਂ ਬਰਫ਼ 'ਚ ਰੱਖ ਕੇ ਆਪਾਂ ਕੋਈ ਚੀਜ਼ ਜਮਾ ਲੈਂਦੇ ਹਾਂ, ਉਹਨੂੰ ਆਪਾਂ, ਜਾਂ ਚਿਲਡ ਆਈਸਕ੍ਰੀਮ ਹੁੰਦੀ ਹੈ, ਉਹ ਵੀ ਜੰਮੀ ਹੋਈ ਹੁੰਦੀ ਹੈ ਨਾ। ਸੋ ਫਰੋਜ਼ਨ ਦਾ ਮਤਲਬ ਜੰਮਿਆ ਹੋਇਆ। ਜਿਵੇਂ ਆਪਾਂ ਕਿਸੇ ਫੂਡ ਨੂੰ ਆਪਾਂ ਪ੍ਰਜ਼ਰਵ ਕਰਨ ਲਈ ਵੀ ਉਹਨੂੰ ਫਰੋਜ਼ਨ ਕਰ ਦਿੰਦੇ ਹਾਂ, ਹੈ ਨਾ। ਹੁਣ ਇੱਥੇ ਕਿਵੇਂ ਵਰਡ ਵਰਤਿਆ ਗਿਆ, ਆਪਾਂ ਸਟੋਰੀ ਪੜ੍ਹਾਂਗੇ ਫਿਰ ਪਤਾ ਲੱਗੂ ਸਾਨੂੰ। ਓਕੇ, ਵਾਰਮਥ। ਵਾਰਮਥ ਮੀਨਸ ਹੁੰਦਾ ਨਿੱਘ, ਨੋਟ ਕਰਦੇ ਜਾਣਾ ਬੇਟਾ ਨਾਲ ਹੁੰਦੇ। ਓਕੇ, ਨੈਕਸਟ ਵਨ ਹੈ ਐਕਸਟ੍ਰੀਮ। ਐਕਸਟ੍ਰੀਮ ਦਾ ਮਤਲਬ ਹੁੰਦਾ ਬਹੁਤ, ਮਤਲਬ ਐਕਸਟ੍ਰੀਮ ਐਂਡ, ਜਿਵੇਂ ਆਪਾਂ ਕਹਿੰਦੇ ਬਹੁਤ। ਹੁਣ ਇੱਥੇ ਕਹਾਣੀ 'ਚ ਦੇਖਦੇ ਹਾਂ ਕਿੱਦਾਂ ਐਕਸਟ੍ਰੀਮ ਯੂਜ਼ ਕੀਤਾ ਗਿਆ। ਬ੍ਰਾਹਮਣ ਮੀਨਸ ਬ੍ਰਾਹਮਣ। ਠੀਕ ਆ, ਇੱਕ ਕਾਸਟ ਆ। ਸੋ ਇਹ ਹੋ ਗਈ ਤੁਹਾਡੀ ਐਕਟੀਵਿਟੀ ਨੰਬਰ 1। ਇਹਨੂੰ ਤੁਸੀਂ ਨੋਟ ਕਰ ਲੈਣਾ, ਡਿਕਸ਼ਨਰੀ ਜਿਹੜੀ ਬਣਾ ਰਹੇ ਹੋ ਤੁਸੀਂ ਕਾਪੀ, ਉਹਦੇ ਉੱਤੇ ਬੇਟਾ, ਵੋਕੈਬਲਰੀ ਵਾਲੀ 'ਤੇ। ਸੋ ਹੁਣ ਆਪਾਂ ਕੀ ਕਰਾਂਗੇ, ਸਟੋਰੀ ਨੂੰ ਕਰਾਂਗੇ ਰੀਡ ਅਤੇ ਕਰਾਂਗੇ ਇੰਜੋਏ। ਸਟੋਰੀ ਕੀ ਆ? ਬੀਰਬਲਸ ਖਿਚੜੀ। ਓਕੇ, ਫਸਟ ਸਾਰਿਆਂ ਨੂੰ ਪਹਿਲਾਂ ਜਦੋਂ ਅਸੀਂ ਕਿਸੇ ਸਟੋਰੀ ਨੂੰ ਇੰਜੋਏ ਕਰਨਾ ਤਾਂ ਅਸੀਂ ਉਹ ਸੀਨ ਨੂੰ ਕ੍ਰੀਏਟ ਕਰਨਾ ਹੁੰਦਾ। ਅਗਰ ਅਸੀਂ ਉਹ ਸੀਨ ਨੂੰ ਕ੍ਰੀਏਟ ਕਰ ਲੈਂਦੇ ਹਾਂ ਸਕਸੈਸਫੁਲੀ ਆਪਣੇ ਮਾਈਂਡ ਦੇ ਵਿੱਚ, ਤਾਂ ਫਿਰ ਸਾਨੂੰ ਉਸ ਸਟੋਰੀ ਦਾ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ। ਹੁਣ ਸੀਨ ਕੀ ਕ੍ਰੀਏਟ ਕਰਨਾ, ਸੁਣੋ ਤੁਸੀਂ। ਇਟ ਵਾਜ਼ ਵਿੰਟਰ ਟਾਈਮ, ਸਰਦੀਆਂ ਦਾ ਸਮਾਂ ਸੀ। ਹੁਣ ਤੁਸੀਂ ਸੋਚ ਲਓ, ਸਰਦੀਆਂ ਦਾ ਸਮਾਂ, ਹੈ ਨਾ, ਸਾਰੇ ਪਾਸੇ ਠੰਡ ਠੰਡ, ਟੋਪੀ ਲਈ ਆ, ਕੋਟੀ ਪਾਈ ਆ, ਹੈ ਨਾ। The ponds and lakes near Akbar's palace were all frozen. ਜਿੰਨੇ ਵੀ ਤਲਾਬ ਸੀ, ਝੀਲਾਂ ਸੀ, ਅਕਬਰ ਦੇ ਮਹਿਲ ਦੇ ਨੇੜੇ, ਪੈਲੇਸ ਮਹਿਲ, ਸਭ ਜੰਮ ਚੁੱਕੇ ਸੀ। ਹੁਣ ਤੁਸੀਂ ਸੋਚੋ, ਅਕਬਰ ਦਾ ਪੈਲੇਸ ਖੜ੍ਹਾ, ਉਹਦੇ ਆਲੇ ਦੁਆਲੇ ਇੱਧਰ ਵੀ ਝੀਲ ਜੰਮੀ ਪਈ ਹੈ, ਇੱਧਰ ਤਲਾਅ ਜੰਮਿਆ ਪਿਆ, ਅਤੇ ਉਹਨਾਂ ਤੋਂ ਕਿੰਨੀ ਠੰਡੀ ਠੰਡੀ ਹਵਾ ਆ ਰਹੀ ਹੈ ਨਾ। ਸੋ ਇਹ ਤਾਂ ਉੱਥੇ ਦਾ ਸਮਰ ਵਿੰਟਰ ਬਾਰੇ ਦੱਸਿਆ ਗਿਆ ਗਾ, ਜਿਹੜਾ ਸੀਨ ਨੂੰ ਡਿਸਕਰਾਈਬ ਕੀਤਾ। ਹੁਣ ਸੀਨ ਚੱਲ ਕਿੱਥੇ ਰਿਹਾ?
ਐਟ ਅਕਬਰਸ ਕੋਰਟ। ਕੋਰਟ ਮੀਨਸ ਦਰਬਾਰ। ਅਕਬਰ ਦੇ ਦਰਬਾਰ ਵਿੱਚ ਹੁਣ ਸੀਨ ਸਟਾਰਟ ਹੋ ਰਿਹਾ। ਹੁਣ ਤੁਸੀਂ ਬਾਹਰਲਾ ਵੈਦਰ ਤਾਂ ਇਮੈਜਨ ਕਰ ਲਿਆ, ਹੁਣ ਅੰਦਰ ਆਪਾਂ ਇਮੈਜਨ ਕਰਦੇ ਹਾਂ। ਸੋਚੋ ਇੱਕ ਵੱਡੀ ਸਾਰੇ ਸਿੰਘਾਸਨ 'ਤੇ ਅਕਬਰ ਬਾਦਸ਼ਾਹ ਬੈਠੇ ਨੇ, ਠੀਕ ਹੈ, ਅਤੇ ਦਰਬਾਰੀ ਬੈਠੇ ਨੇ ਸਾਈਡਾਂ 'ਤੇ, ਹੈ ਨਾ। ਸੋ ਦਰਬਾਰ ਸਜਿਆ ਹੋਇਆ, ਸੋਚ ਰਿਹਾ। ਓਕੇ, ਹੁਣ ਅਕਬਰ ਆਸਕਡ ਬੀਰਬਲ। ਅਕਬਰ ਨੇ ਬੀਰਬਲ ਨੂੰ ਪੁੱਛਿਆ, ਟੈਲ ਮੀ ਵਨ ਥਿੰਗ ਬੀਰਬਲ। ਬੀਰਬਲ, ਮੈਨੂੰ ਇੱਕ ਗੱਲ ਦੱਸੋ, ਡੂ ਯੂ ਥਿੰਕ ਅ ਮੈਨ ਵਿਲ ਡੂ ਐਨੀਥਿੰਗ ਫॉर ਮਨੀ। ਕੀ ਤੂੰ ਸੋਚਦਾ ਹੈ ਕਿ ਕੋਈ ਆਦਮੀ ਪੈਸੇ ਲਈ ਕੁਝ ਵੀ ਕਰ ਸਕਦਾ ਹੈ? ਸੋ ਫਿਰ ਦੇਖੋ ਹੁਣ ਬੀਰਬਲ ਨੇ ਕੀ ਜਵਾਬ ਦਿੱਤਾ। ਕੋਰਟ ਦਾ ਸੀਨ ਆ ਗਿਆ, ਦੇਖੋ ਤੁਸੀਂ ਇੱਦਾਂ ਦਾ ਇਮੈਜਨ ਕਰ ਸਕਦੇ, ਦਰਬਾਰੀ ਖੜ੍ਹੇ ਨੇ, ਬੀਰਬਲ ਸਾਹਿਬ ਖੜ੍ਹੇ ਨੇ ਇੱਕ ਪਾਸੇ, ਹੈ ਨਾ। ਬੀਰਬਲ ਰਿਪਲਾਈਡ, ਯੈਸ ਯੂਅਰ ਮੈਜੈਸਟੀ। ਬੀਰਬਲ ਨੇ ਉੱਤਰ ਦਿੱਤਾ, ਹਾਂ ਮੇਰੇ ਮਹਾਰਾਜ। ਅਕਬਰ ਆਰਡਰਡ, ਆਲ ਰਾਈਟ ਦੈਨ ਪ੍ਰੂਵ ਇਟ। ਅਕਬਰ ਨੇ ਹੁਕਮ ਦਿੱਤਾ, ਕਿਹਾ ਠੀਕ ਹੈ, ਹੁਣ ਇਹਨੂੰ ਸਾਬਿਤ ਕਰ। ਜੇ ਤੂੰ ਇਹ ਕਹਿ ਰਿਹਾ ਵੀ ਕੋਈ ਆਦਮੀ ਪੈਸੇ ਲਈ ਕੁਝ ਵੀ ਕਰ ਸਕਦਾ, ਹੁਣ ਇਸ ਗੱਲ ਨੂੰ ਤੂੰ ਆਪਣੀ ਨੂੰ ਸਾਬਿਤ ਕਰ। ਦ ਨੈਕਸਟ ਡੇ ਬੀਰਬਲ ਕੇਮ ਟੂ ਦ ਕੋਰਟ ਅਲੋਂਗ ਵਿਦ ਦ ਬ੍ਰਾਹਮਣ। ਅਗਲੇ ਦਿਨ ਬੀਰਬਲ ਜਦੋਂ ਦਰਬਾਰ ਦੇ ਵਿੱਚ ਆਇਆ, ਅਲੋਂਗ ਮੀਨਸ ਨਾਲ, ਉਹਦੇ ਅਲੋਂਗ ਵਿਦ, ਉਹਦੇ ਨਾਲ ਇੱਕ ਬ੍ਰਾਹਮਣ ਵੀ ਸੀ। ਉਹ ਇੱਕ ਬ੍ਰਾਹਮਣ ਨੂੰ ਨਾਲ ਲਿਆਇਆ, ਜਾਂ ਆਪਾਂ ਕਹਿ ਸਕਦੇ ਹਾਂ ਹੀ ਵਾਜ਼ ਐਕਸਟ੍ਰੀਮਲੀ ਪੂਅਰ। ਠੀਕ ਹੈ, ਇੱਕ ਤਾਂ ਦਾ ਪੂਅਰ ਆਪਾਂ ਕਹਿੰਦੇ ਹਾਂ ਗਰੀਬ ਆ, ਪਰ ਫਿਰ ਵੀ ਉਹਦੇ ਕੋਲ ਐਕਸਟ੍ਰੀਮਲੀ ਪੂਅਰ ਮੀਨਸ ਬਹੁਤ ਹੀ ਜ਼ਿਆਦਾ ਗਰੀਬ ਹੈ। ਐਂਡ ਹਿਜ਼ ਫੈਮਲੀ ਵਾਜ਼ ਸਟਾਰਵਿੰਗ। ਅਤੇ ਉਹਦਾ ਪਰਿਵਾਰ ਆ, ਜਿਹੜੀ ਉਹਦੀ ਫੈਮਲੀ ਆ, ਉਹ ਭੁੱਖ ਨਾਲ ਮਰ ਰਹੀ ਸੀ। ਉਹ ਇੰਨਾ ਗਰੀਬ ਸੀ ਕਿ ਕੁਛ ਵੀ ਨਹੀਂ ਸੀ ਉਹਦੇ ਕੋਲ, ਇਸੇ ਕਾਰਨ ਉਹ ਭੁੱਖ ਨਾਲ ਮਰ ਰਹੇ ਸੀ, ਹੈ ਨਾ, ਉਹਦਾ ਪਰਿਵਾਰ। ਹੀ ਹੈਡ ਨੋ ਮਨੀ ਟੂ ਫੀਡ ਦੈਮ। ਉਹਦੇ ਕੋਲ ਉਹਨਾਂ ਨੂੰ ਭੋਜਨ ਕਰਾਉਣ ਲਈ ਕੋਈ ਪੈਸਾ ਨਹੀਂ ਸੀ। ਬੀਰਬਲ ਸੈਡ ਟੂ ਕਿੰਗ। ਬੀਰਬਲ ਨੇ ਰਾਜੇ ਨੂੰ ਕਿਹਾ, ਰਾਜਾ ਕੌਣ? ਅਕਬਰ। ਦਿਸ ਬ੍ਰਾਹਮਣ ਇਜ਼ ਰੈਡੀ ਟੂ ਡੂ ਐਨੀਥਿੰਗ ਫॉर ਦ ਸੇਕ ਆਫ ਮਨੀ। ਕੀ ਕਿਹਾ? ਇਹ ਜਿਹੜਾ ਬ੍ਰਾਹਮਣ ਆ ਰੈਡੀ ਆ, ਡੂ ਐਨੀਥਿੰਗ ਕੁਝ ਵੀ ਕਰਨ ਲਈ, ਸੇਕ ਆਫ ਮਨੀ ਮੀਨਸ ਪੈਸੇ ਲਈ, ਪੈਸੇ ਲਈ ਇਹ ਬ੍ਰਾਹਮਣ ਕੁਝ ਵੀ ਕਰਨ ਨੂੰ ਤਿਆਰ ਆ। ਇਹ ਕਿਹਾ ਬੀਰਬਲ ਨੇ ਅਕਬਰ ਬਾਦਸ਼ਾਹ ਨੂੰ। ਫਿਰ ਅੱਗੇ ਕੀ ਹੋਇਆ? ਅਕਬਰ ਆਸਕਡ, ਵਿਲ ਹੀ ਡੂ ਵਾਟ ਆਈ ਸੇ। ਅਕਬਰ ਨੇ ਪੁੱਛਿਆ, ਕੀ ਇਹ ਉਹੀ ਕਰੇਗਾ ਜੋ ਮੈਂ ਕਹਾਂਗਾ? ਐਨੀਥਿੰਗ ਇਫ ਆਈ ਗੈਟ ਸਮ ਮਨੀ ਟੂ ਫੀਡ ਮਾਈ ਫੈਮਲੀ। ਕੁਝ ਵੀ, ਜੇ ਮੈਨੂੰ ਇਹਦੇ ਬਦਲੇ ਪੈਸੇ ਮਿਲਣ ਮੇਰੇ ਪਰਿਵਾਰ ਨੂੰ ਭੋਜਨ ਕਰਾਉਣ ਲਈ। ਸੈਡ ਦ ਪੂਅਰ ਬ੍ਰਾਹਮਣ ਬਿਫੋਰ ਬੀਰਬਲ ਕੁਡ ਰਿਪਲਾਈ। ਜਿਹੜਾ ਗਰੀਬ ਬ੍ਰਾਹਮਣ ਸੀ, ਉਹਨੇ ਉੱਤਰ ਦਿੱਤਾ, ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ ਜੇ ਮੈਨੂੰ ਇਹਦੇ ਬਦਲੇ ਪੈਸੇ ਮਿਲਦੇ ਨੇ। ਠੀਕ ਹੈ। ਸੋ ਹੁਣ ਅੱਗੇ ਫਿਰ ਦੇਖੋ ਕੀ ਰਾਜੇ ਨੇ ਫਿਰ ਉਹਨੂੰ ਕਰਨ ਲਈ ਕਿਹਾ। ਦ ਕਿੰਗ ਸੈਡ ਟੂ ਦ ਬ੍ਰਾਹਮਣ। ਰਾਜੇ ਨੇ ਬ੍ਰਾਹਮਣ ਨੂੰ ਕਿਹਾ, ਸਟੈਂਡ ਇਨਸਾਈਡ ਦ ਫਰੋਜ਼ਨ ਪਾਊਂਡ ਆਲ ਥਰੂ ਦ ਨਾਈਟ ਵਿਦਾਊਟ ਐਨੀ ਕਲੌਥਸ ਐਂਡ I will give you 2000 gold coins। ਕੀ ਕਿਹਾ ਰਾਜੇ ਨੇ? ਸਟੈਂਡ ਇਨਸਾਈਡ, ਅੰਦਰ ਖੜ੍ਹੇ ਹੋ ਜਾ। ਕਿੱਥੇ? ਫਰੋਜ਼ਨ ਪਾਊਂਡ, ਜਿਹੜਾ ਜੰਮਿਆ ਹੋਇਆ ਤਲਾਬ ਆ ਉਹਦੇ ਵਿੱਚ। ਆਲ ਥਰੂ ਦਾ ਨਾਈਟ, ਸਾਰੀ ਰਾਤ ਖੜ੍ਹੇ ਰਹਿਣਾ। ਵਿਦਾਊਟ ਐਨੀ ਕਲੋਥ, ਬਿਨਾਂ ਕਿਸੇ ਕੱਪੜੇ ਦੇ। ਐਂਡ ਆਈ ਵਿਲ ਗਿਵ ਯੂ 2000 ਗੋਲਡ ਕੋਇਨ, ਅਤੇ ਮੈਂ ਤੈਨੂੰ 2000 ਸੋਨੇ ਦੇ ਸਿੱਕੇ ਦੇਵਾਂਗਾ। ਹੁਣ ਤੁਸੀਂ ਇਮੈਜਨ ਕੀਤਾ ਸੀ, ਦੇਖੋ ਬਾਹਰ ਕਿੰਨੀ ਠੰਡੀ ਹਵਾ ਚੱਲ ਰਹੀ ਆ, ਬਰਫ਼ ਆ, ਹੈ ਨਾ, ਉਹਦੇ ਵਿੱਚ ਉਹਨੇ ਨੰਗਾ ਖੜਨਾ ਗਾ ਬਿਨਾਂ ਕੱਪੜਿਆਂ ਤੋਂ ਸਾਰੀ ਰਾਤ। ਓਕੇ, ਹੁਣ ਫਿਰ ਪੂਅਰ ਬ੍ਰਾਹਮਣ ਨੇ ਮੰਨ ਲਈ ਸ਼ਰਤ ਕਿ ਨਹੀਂ? ਦੇਖੀ ਅੱਗੇ। ਦ ਪੂਅਰ ਬ੍ਰਾਹਮਣ ਨੀਡਡ ਮਨੀ। ਜਿਹੜਾ ਗਰੀਬ ਬ੍ਰਾਹਮਣ ਸੀ, ਉਹਨੂੰ ਕਾਹਦੀ ਜ਼ਰੂਰਤ ਸੀ? ਪੈਸੇ ਦੀ ਜ਼ਰੂਰਤ ਸੀ ਉਹਨੂੰ। ਹੀ ਹੈਡ ਨੋ ਚੋਇਸ। ਨੋ ਚੋਇਸ ਮੀਨਸ ਉਹਦੇ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਸੀ, ਉਹਨੂੰ ਉਹ ਮੰਨਣੀ ਪੈਣੀ ਸੀ ਜਦੋਂ। ਠੀਕ ਹੈ, ਉਹਦੇ ਕੋਲ ਪੈਸਾ ਨਹੀਂ ਸੀ ਖਾਣ ਲਈ, ਭੁੱਖੇ ਮਰ ਰਹੇ ਸੀ। ਭੁੱਖ ਨਾਲ ਮਰਨ ਨਾਲੋਂ ਇਸ ਤਰੀਕੇ ਨਾਲ ਕੁਝ ਕਰਕੇ ਮਰਾਂ ਤਾਂ ਕਿ ਮੇਰੀ ਫੈਮਿਲੀ ਨੂੰ ਫੀਡ ਹੋ ਸਕੇ। ਸੋ ਉਹਦੇ ਕੋਲ ਚੋਇਸ ਨਹੀਂ ਸੀ। ਓਕੇ, ਹੀ ਸਟੂਡ ਇਨ ਫਰੋਜ਼ਨ ਪਾਊਂਡ ਆਲ ਥਰੂ ਦ ਨਾਈਟ ਸ਼ਿਵਰਿੰਗ। ਉਸ ਖੜ੍ਹ ਗਿਆ ਜਾ ਕੇ ਫਰੋਜ਼ਨ ਪਾਊਂਡ ਦੇ ਵਿੱਚ, ਸਾਰੀ ਰਾਤ ਖੜ੍ਹਾ ਰਿਹਾ। ਸ਼ਿਵਰਿੰਗ ਹੁੰਦਾ ਪੁੱਤ ਕੰਬਣਾ, ਕੰਬਦਾ ਹੋਇਆ। ਹੁਣ ਜਦੋਂ ਬਰਫ਼ 'ਚ ਖੜੂਗਾ ਅਤੇ ਕੰਬੂਗਾ ਤਾਂ ਸਹੀ ਨਾ। ਓਕੇ, ਫਿਰ ਅੱਗੇ ਦੇਖੋ ਵੀ ਹੁਣ ਉਹ ਬਚ ਗਿਆ, ਕੀ ਬਣਿਆ ਉਹਦਾ।
In the morning, he returned to Akbar's court to receive his reward of 2000 gold coins. In the morning means ਸਵੇਰ ਵੇਲੇ ਉਹ ਵਾਪਸ ਆਇਆ, ਰਿਟਰਨਡ ਵਾਪਸ ਆਇਆ। ਕਿੱਥੇ ਆਇਆ? ਅਕਬਰ ਦੇ ਦਰਬਾਰ ਵਿੱਚ। ਕੀ ਕਰਨ? ਰਿਸੀਵ ਕਰਨ, ਲੈਣ ਆਪਦਾ ਰਿਵਾਰਡ, ਆਪਦਾ ਇਨਾਮ 2000 ਸੋਨੇ ਦੇ ਸਿੱਕੇ। ਕੌਣ ਆਇਆ ਹੁਣ ਇੱਥੇ? ਪੂਅਰ ਬ੍ਰਾਹਮਣ ਦੀ ਗੱਲ ਹੋ ਰਹੀ ਹੈ। ਦ ਕਿੰਗ ਆਸਕਡ ਦ ਬ੍ਰਾਹਮਣ, ਰਾਜੇ ਨੇ ਬ੍ਰਾਹਮਣ ਨੂੰ ਪੁੱਛਿਆ, ਹਾਊ ਕੁਡ ਯੂ ਸਟੈਂਡ ਇਨ ਦ ਫਰੋਜ਼ਨ ਪਾਊਂਡ ਇਨ ਸੱਚ ਐਨ ਐਕਸਟ੍ਰੀਮ ਟੈਂਪਰੇਚਰ। ਕਹਿੰਦਾ ਤੂੰ ਕਿਵੇਂ ਖੜਾ ਰਿਹਾ ਉੱਥੇ ਜੰਮੇ ਹੋਏ ਤਲਾਬ ਦੇ ਵਿੱਚ ਇੰਨੀ ਜ਼ਿਆਦਾ ਠੰਡ ਦੇ ਵਿੱਚ, ਜਿਵੇਂ ਆਪਾਂ ਕਹਾਂਗੇ ਐਕਸਟ੍ਰੀਮ ਟੈਂਪਰੇਚਰ ਮੀਨਸ 0 ਡਿਗਰੀ ਤੋਂ ਵੀ ਥੱਲੇ ਟੈਂਪਰੇਚਰ ਹੋ ਗਿਆ, ਇੰਨੇ ਐਕਸਟ੍ਰੀਮ ਟੈਂਪਰੇਚਰ ਦੇ ਵਿੱਚ ਤੂੰ ਕਿੱਦਾਂ ਖੜਾ ਰਿਹਾ। ਹੁਣ ਉਹਨੇ ਕੀ ਉੱਤਰ ਦਿੱਤਾ ਦੇਖੋ। ਦ ਇਨੋਸੈਂਟ ਬ੍ਰਾਹਮਣ ਰਿਪਲਾਈਡ, ਭੋਲੇ ਭਾਲੇ ਬ੍ਰਾਹਮਣ ਨੇ ਉੱਤਰ ਦਿੱਤਾ, I could see faintly glowing lights of the palace a mile away and that was a ray of hope for me। ਬ੍ਰਾਹਮਣ ਨੇ ਕੀ ਕਿਹਾ? ਮੈਨੂੰ ਕਹਿੰਦਾ ਦੂਰੋਂ ਤੁਹਾਡੇ ਮਹਿਲ ਦੇ ਵਿੱਚੋਂ ਮੱਧਮ ਜੀਆਂ ਲਾਈਟਾਂ ਦਿਖਾਈ ਦੇ ਰਹੀਆਂ ਸੀਗੀਆਂ 1 ਮੀਲ ਦੂਰ ਤੋਂ। ਪਾਊਂਡ ਕਿੱਥੇ ਸੀ? ਰਾਜੇ ਦੇ ਮਹਿਲ ਤੋਂ 1 ਮੀਲ ਦੂਰ ਸੀ। ਉੱਥੋਂ ਕਹਿੰਦਾ ਮੈਨੂੰ ਤੁਹਾਡੇ ਮਹਿਲ ਵਿੱਚ ਜਗਦੀਆਂ ਹੋਈਆਂ ਮੱਧਮ ਲਾਈਟਾਂ ਦਿਖਾਈ ਦੇ ਰਹੀਆਂ ਸੀ, ਉਹ ਮੇਰੇ ਲਈ ਆਸ ਦੀ ਕਿਰਨ ਦਾ ਕੰਮ ਕਰ ਰਹੀਆਂ ਸੀ। ਮੈਂ ਉਹਨਾਂ ਨੂੰ ਦੇਖ ਕੇ ਖੜਾ ਰਿਹਾ ਵੀ ਮੈਂ ਸਵੇਰੇ ਜਾਊਂ ਅਤੇ ਮੈਨੂੰ ਰਿਵਾਰਡ ਮਿਲੂ। I kept looking at the lights and thinking about my family that will get food if I continue to stand in the pound। ਉਹਨੇ ਕਿਹਾ, ਮੈਂ ਕਹਿੰਦਾ ਉਹਨਾਂ ਲਾਈਟਾਂ ਵੱਲ ਦੇਖਦਾ ਰਿਹਾ ਅਤੇ ਸੋਚਦਾ ਰਿਹਾ, ਜੇ ਮੈਂ ਇੱਥੇ ਖੜਾ ਰਹੂੰਗਾ ਰਾਤ ਭਰ ਤਾਂ ਮੇਰੀ ਫੈਮਿਲੀ ਨੂੰ, ਮੇਰੇ ਪਰਿਵਾਰ ਨੂੰ ਖਾਣਾ ਮਿਲ ਜੂਗਾ। ਓਕੇ, ਫਿਰ ਹੁਣ ਦੇਖੋ ਵੀ ਅਕਬਰ ਨੇ ਦੇਤਾ ਉਹਨੂੰ ਫਿਰ ਇਨਾਮ, ਵੀ ਇਹ ਤਾਂ ਪੂਰੀ ਰਾਤ ਖੜ੍ਹ ਕੇ ਆਇਆ, ਆਪਦਾ ਵਾਅਦਾ ਪੂਰਾ ਕਰਕੇ ਆਇਆ। ਅਕਬਰ ਸਡਨਲੀ ਬਿਕਮ ਵੈਰੀ ਸਟਰਨ। ਸਟਰਨ ਦਾ ਮਤਲਬ ਹੁੰਦਾ ਗੰਭੀਰ। ਅਕਬਰ ਅਚਾਨਕ ਗੰਭੀਰ ਹੋ ਗਿਆ। ਪਹਿਲਾਂ ਤਾਂ ਉਹਨੇ ਵਾਅਦਾ ਕੀਤਾ ਸੀ ਕਿ 2000 ਡਾਲਰ ਆ ਗਿਆ ਗੋਲਡ ਕੋਇਨਸ ਦਊਂਗਾ, ਪਰ ਹੁਣ ਉਹਨੂੰ ਜਦੋਂ ਵੀ ਇਹ ਤਾਂ ਆ ਗਿਆ ਸੱਚਮੁੱਚ ਲੈਣ, ਫਿਰ ਕੀ ਹੋ ਗਿਆ? ਅਕਬਰ ਸਡਨਲੀ ਬਿਕਮ ਸਟਰਨ, ਉਹ ਅਚਾਨਕ ਗੰਭੀਰ ਹੋ ਗਿਆ। ਹੀ ਸੈਡ ਹਾਰਸ਼ਲੀ, ਬਹੁਤ ਹੀ ਰੁੱਖੇਪਣ ਨਾਲ, ਕਠੋਰਤਾ ਨਾਲ ਬੋਲਿਆ, ਓ ਬ੍ਰਾਹਮਣ ਯੂ ਹੈਵ ਚੀਟਡ ਮੀ। ਉਹ ਬ੍ਰਾਹਮਣ ਤੂੰ ਮੈਨੂੰ ਧੋਖਾ ਦਿੱਤਾ। ਆਈ ਵਿਲ ਨਾਟ ਗਿਵ ਯੂ ਐਨੀ ਰਿਵਾਰਡ ਫॉर ਦਿਸ, ਮੈਂ ਤੈਨੂੰ ਇਹਦੇ ਲਈ ਕੋਈ ਇਨਾਮ ਨਹੀਂ ਦਿਆਂਗਾ। ਯੂ ਲੁਕਡ ਐਟ ਦ ਪੈਲੇਸ ਲਾਈਟਸ ਐਂਡ ਗॉट ਵਾਰਮਥ ਫਰੋਮ ਦ ਲਾਈਟਸ। ਤੂੰ ਤਾਂ ਕਹਿੰਦਾ ਮਹਿਲ ਦੀਆਂ ਲਾਈਟਾਂ ਵੱਲ ਵੇਖੀ ਗਿਆ ਅਤੇ ਉਹਨਾਂ ਤੋਂ ਨਿੱਘ ਲਈ ਗਿਆ। ਯੂ ਡੂ ਨਾਟ ਡਿਜ਼ਰਵ ਦ ਰਿਵਾਰਡ, ਤੂੰ ਇਸ ਇਨਾਮ ਦਾ ਹੱਕਦਾਰ ਨਹੀਂ। ਡਿਜ਼ਰਵ ਆਇਆ ਸੀ ਨਾ ਇੱਥੇ, ਵੀ ਤੂੰ ਇਹ ਇਨਾਮ ਦਾ ਹੱਕਦਾਰ ਨਹੀਂ, ਤੂੰ ਤਾਂ ਨਿੱਘ ਮਾਣਿਆ ਲਾਈਟਾਂ ਦਾ। ਓਕੇ, ਨੈਕਸਟ ਹੁਣ ਅੱਗੇ ਦੇਖੋ ਫਿਰ। ਵੀਰਬਲ ਸੈਡ, ਯੂਅਰ ਮੈਜੈਸਟੀ ਇਟ ਇਜ਼ ਪੋਸੀਬਲ ਟੂ ਗੈਟ ਦ ਵਾਰਮਥ ਫਰੋਮ ਦ ਲਾਈਟਸ ਗਲੋਇੰਗ ਸੋ ਫਾਰ ਅਵੇ। ਵੀਰਬਲ ਨੇ ਹੁਣ ਉੱਤਰ ਦਿੱਤਾ, ਕਿਉਂਕਿ ਵੀਰਬਲ ਉਸ ਬ੍ਰਾਹਮਣ ਨੂੰ ਲੈ ਕੇ ਆਇਆ ਸੀ, ਹੁਣ ਉਹਨੂੰ ਦਿਖ ਰਿਹਾ ਸੀ ਕਿ ਬ੍ਰਾਹਮਣ ਨਾ ਇਨਸਾਫੀ ਹੋ ਰਹੀ ਹੈ ਨਾ। ਸੋ ਫਿਰ ਉਹ ਵਿੱਚ ਬੋਲਿਆ, ਮੇਰੇ ਮਹਾਰਾਜ ਇਹ ਕਿਵੇਂ ਸੰਭਵ ਆ? ਠੀਕ ਆ, ਇਹ ਸੰਭਵ ਹੀ ਨਹੀਂ, ਇੰਪੋਸੀਬਲ ਆ ਕਿ ਐਡੀ ਦੂਰ ਤੋਂ ਚਮਕਦੀਆਂ ਲਾਈਟਾਂ ਦੇਖ ਕੇ ਕੋਈ ਬੰਦਾ ਨਿੱਘ ਲੈ ਸਕੇ। ਪਰ ਅਕਬਰ ਤਾਂ ਫਿਰ ਬਾਦਸ਼ਾਹ ਸੀ, ਹੈ ਨਾ। ਅਕਬਰ ਡਿਡ ਨਾਟ ਲਿਸਨ ਟੂ ਹਿਮ, ਅਕਬਰ ਨੇ ਬੀਰਬਲ ਦੀ ਕੋਈ ਗੱਲ ਨਹੀਂ ਸੁਣੀ, ਕਿਉਂਕਿ ਕਹਿੰਦਾ ਆਪਣੀ ਗੱਲ 'ਤੇ ਦ੍ਰਿੜ ਰਿਹਾ। ਅੱਗੇ ਫਿਰ ਕੀ ਹੋਇਆ? ਹੀ ਕੋਡ ਦ ਪੂਅਰ ਬ੍ਰਾਹਮਣ ਹਾਊ ਕੋਡ ਦ ਪੂਅਰ ਬ੍ਰਾਹਮਣ ਆਰਗਿਊ ਵਿਦ ਦ ਐਂਪਾਇਰ। ਓਕੇ, ਜਿਹੜਾ ਹੁਣ ਗਰੀਬ ਬ੍ਰਾਹਮਣ ਸੀ ਉਹ ਵਿਚਾਰਾ ਕੀ ਹੁਣ ਰਾਜੇ ਦੀ ਕੀ ਟੰਗ ਤੋੜ ਲੈਂਦਾ ਹੈ ਨਾ, ਉੱਥੇ ਉਹਦੇ ਨਾਲ ਕੀ ਬਹਿਸ ਕਰ ਸਕਦਾ ਸੀਗਾ। ਐਂਪਾਇਰ ਮੀਨਸ ਹੁੰਦਾ ਗਾ ਰੂਲਰ, ਸ਼ਾਸਕ। ਇੱਥੇ ਅਕਬਰ ਲਈ ਵਰਤਿਆ ਗਿਆ ਹੈ ਨਾ ਵਰਡ, ਰਾਜਾ ਕਿੰਗ ਵੀ ਕਹਿ ਸਕਦੇ ਹੋ ਤੁਸੀਂ, ਵੀ ਉਹਦੇ ਨਾਲ ਉਹਨੇ ਕੀ ਵਿਚਾਰੇ ਨੇ ਬਹਿਸ ਕਰਨੀ ਸੀ। ਹੀ ਰਿਟਰਨ ਡਿਸਅਪੁਆਇੰਟਡ ਐਂਡ ਵਾਰ ਹੈਡਡ ਫਰੋਮ ਅਕਬਰਸ ਕੋਰਟ। ਡਿਸਅਪੁਆਇੰਟਡ ਮੀਨ ਨਿਰਾਸ਼ਾ, ਉਹ ਨਿਰਾਸ਼ਾ ਨਾਲ ਭਰਿਆ ਹੋਇਆ, ਕਿਉਂਕਿ ਉਹ ਤਾਂ ਆਸ ਲੈ ਕੇ ਗਿਆ ਸੀ। ਉਹ ਖੜਿਆ ਵੀ ਸਾਰੀ ਰਾਤ ਵਿਚਾਰਾ, ਹੈ ਨਾ, ਫਰੋਜ਼ਨ ਪਾਊਂਡ ਦੇ ਵਿੱਚ, ਪਰ ਫਿਰ ਵੀ ਰਾਜੇ ਨੇ ਉਹਨੂੰ ਇਨਾਮ ਨਹੀਂ ਦਿੱਤਾ। ਉਹ ਉਦਾਸ ਹੋ ਗਿਆ। ਉਦਾਸਤਾ ਨਾਲ ਖਾਲੀ ਹੱਥ, ਵੇਅਰ ਹੈਂਡਡ ਮੀਨਸ ਖਾਲੀ ਹੱਥ, ਅਕਬਰ ਦੇ ਦਰਬਾਰ ਦੇ ਵਿੱਚੋਂ ਵਾਪਸ ਚਲਾ ਗਿਆ। ਹੁਣ ਫਿਰ ਕੀ ਹੋਇਆ ਅੱਗੇ ਕਿ ਬੀਰਬਲ ਨੇ ਉਹਨੂੰ ਇੱਦਾਂ ਹੀ ਛੱਡਤੀ ਗੱਲ, ਜਾਂ ਬੀਰਬਲ ਨੇ ਉਹਦੀ ਹਾਲਤ ਕਰਤੀ। ਹੁਣ ਆਪਾਂ ਦੇਖਦੇ ਹਾਂ ਅੱਗੇ ਸਟੋਰੀ 'ਚ। ਫਿਰ ਦ ਨੈਕਸਟ ਡੇ ਬੀਰਬਲ ਡਿਡ ਨਾਟ ਗੋ ਟੂ ਅਕਬਰਸ ਕੋਰਟ। ਹੁਣ ਅਗਲੇ ਦਿਨ ਜਿਹੜਾ ਬੀਰਬਲ ਸੀ ਉਹ ਅਕਬਰ ਦੇ ਕੋਰਟ ਦੇ ਵਿੱਚ ਗਿਆ ਹੀ ਨਹੀਂ। ਹੁਣ ਤੁਸੀਂ ਕੀ ਸੋਚਦੇ ਹੋ ਵੀ ਉਹ ਨਾਰਾਜ਼ ਹੋ ਗਿਆ?
ਜਾਂ ਉਹਨੇ ਨੌਕਰੀ ਛੱਡਤੀ ਵੀ ਉਹ ਗਿਆ ਹੀ ਨਹੀਂ। ਉਹ ਕਹਿੰਦਾ ਤੂੰ ਬਾਹਮਣ ਨੂੰ ਇਨਾਮ ਨਹੀਂ ਦਿੱਤਾ, ਮਹਾਰਾਜ ਮੈਂ ਨਹੀਂ ਹੁਣ ਤੇਰੇ ਕੋਰਟ 'ਚ ਆਉਣਾ। ਕੋਈ ਇੱਦਾਂ ਦੀ ਗੱਲ ਸੀ ਕਿਤੇ? ਪਤਾ ਨਹੀਂ ਵੀ। ਹੁਣ ਪੜ੍ਹਦੇ ਹਾਂ ਸਟੋਰੀ ਅੱਗੇ ਕੀ ਕਹਿੰਦੇ ਆ, ਦੇਖੀਏ। He sent a messenger to the emperor saying that he would come to the court only after his khichdi gets cooked। ਉਹਨੇ ਇੱਕ ਸੰਦੇਸ਼ ਵਾਹਕ ਦੇ ਕੋਲੇ, ਕਿਹਨੇ? ਬੀਰਬਲ ਨੇ ਸੁਨੇਹਾ ਭੇਜਤਾ ਰਾਜੇ ਨੂੰ। ਇਹ ਕਹਾ ਤਾ ਕਿ ਮੈਂ ਉਦੋਂ ਆਊਂਗਾ ਦਰਬਾਰ ਦੇ ਵਿੱਚ ਜਦੋਂ ਮੇਰੀ ਖਿਚੜੀ ਪੱਕ ਜੂ। ਹੈ ਆਹ ਖਿਚੜੀ ਕੀ ਗੱਲ ਬਣੀ ਹੈ ਨਾ? ਗੱਲ ਤਾਂ ਬ੍ਰਾਹਮਣ ਦੀ ਚੱਲ ਰਹੀ ਸੀ, ਖਿਚੜੀ ਦੀ ਗੱਲ ਕਿੱਥੋਂ ਆ ਗਈ? ਉਹ ਕਹਿੰਦਾ ਜਦੋਂ ਮੇਰੀ ਖਿਚੜੀ ਪੱਕ ਗਈ, ਬੀਰਬਲ ਕਹਿੰਦਾ ਮੈਂ ਉਦੋਂ ਆਊਂਗਾ। ਲਓ ਜੀ ਹੁਣ ਦੇਖੀਏ ਕਾਹਦੀ ਖਿਚੜੀ ਦੀ ਗੱਲ ਹੋ ਰਹੀ ਹੈ। ਬੀਰਬਲ ਡਿਡ ਨਾਟ ਟਰਨ ਅਪ ਈਵਨ ਆਫਟਰ 5 days। ਬੀਰਬਲ 5 ਦਿਨ ਤੱਕ ਆਇਆ ਹੀ ਨਹੀਂ। 5 ਦਿਨ ਉਹਦੀ ਖਿਚੜੀ ਨਹੀਂ ਰਿੱਝੀ, ਦੱਸ। ਹੈ ਨਾ, ਸੋਚਣ ਵਾਲੀ ਗੱਲ ਆ। ਰਾਜਾ ਵੀ ਸੋਚਦਾ ਹੋਊ ਵੀ ਐਡੀ ਕਿਹੜੀ ਗੱਲ ਆ, ਖਿਚੜੀ ਅੱਧੇ ਘੰਟੇ 'ਚ ਬਣ ਜਾਂਦੀ ਆ, 5 ਦਿਨ ਹੋ ਗਏ ਉਹਦੀ ਖਿਚੜੀ ਨਹੀਂ ਰਿੱਝੀ। The emperor himself went to Birbal's house to see what he was doing। ਰਾਜੇ ਨੂੰ ਇਸ ਚੀਜ਼ ਦੀ ਬਹੁਤ ਹੈਰਾਨੀ ਹੋਈ ਅਤੇ ਉਹ ਫਿਰ ਖੁਦ ਗਿਆ ਬੀਰਬਲ ਦੇ ਘਰ ਇਹ ਵੇਖਣ ਲਈ ਕਿ ਉਹ ਕਰ ਕੀ ਰਿਹਾ ਗਾ, ਹੈ ਨਾ। He saw that Birbal had lit the fire and kept the pot of uncooked khichdi 1 yard above the fire। ਉਹਨੇ ਗਿਆ ਜਦੋਂ ਤਾਂ ਦੇਖਿਆ ਕਿ ਕੀ ਕਰ ਰਿਹਾ ਬੀਰਬਲ ਨੇ। ਇੱਕ ਅੱਗ ਬਾਲੀ ਹੋਈ ਹੈ ਥੱਲੇ ਅਤੇ ਉਹ ਤੋਂ 1 ਯਾਰਡ ਉੱਚਾ ਪੋਟ ਟੰਗਿਆ ਹੋਇਆ ਜਿਹਦੇ ਵਿੱਚ ਉਹਨੇ ਅਨਕੁੱਕੜ ਮਤਲਬ ਹਜੇ ਰਿੱਝੀ ਨਹੀਂ ਜਿਹੜੀ ਉਹ ਖਿਚੜੀ ਪਾਈ ਹੋਈ ਆ, ਥੱਲੇ ਅੱਗ ਜਲ ਰਹੀ ਆ। ਹੁਣ ਤੁਸੀਂ ਸੋਚਦੇ ਹੋ ਵੀ ਖਿਚੜੀ ਰਿੱਝ ਸਕਦੀ ਹੈ ਇੱਦਾਂ? 1 ਯਾਰਡ ਦੂਰ ਆਪਾਂ ਜਦੋਂ ਚੁੱਲ੍ਹੇ 'ਤੇ ਖਿਚੜੀ ਧਰਦੇ ਹਾਂ ਤਾਂ ਬਿਲਕੁਲ ਅੱਗ ਨੂੰ ਟੱਚ ਕਰਦਾ ਹੁੰਦਾ ਬਰਤਨ ਸਾਡਾ। ਉਹਨੇ ਐਡੀ ਦੂਰ ਟੰਗੀ ਹੋਈ ਆ, ਖਿਚੜੀ ਰਿੱਝ ਜੂ ਕਿਤੇ ਇਸ ਤਰੀਕੇ ਨਾਲ? 5 ਦਿਨ ਕੀ, ਉਹ ਤਾਂ ਮਹੀਨਾ ਨਹੀਂ ਰਿੱਝੜੀ, ਹੈ ਨਾ। ਸੋ ਅਕਬਰ ਸੈਡ ਬੀਰਬਲ ਆਈ ਕੰਸੀਡਰਡ ਯੂ ਟੂ ਬੀ ਦ ਵਾਈਜੈਸਟ ਇਨ ਦਿਸ ਕੰਟਰੀ। ਅਕਬਰ ਨੇ ਕੀ ਕਿਹਾ? ਬੀਰਬਲ ਮੈਂ ਤਾਂ ਤੈਨੂੰ ਸਮਝਦਾ ਸੀ, ਜਾਂ ਮੈਂ ਤਾਂ ਇਹ ਗੱਲ 'ਤੇ ਵਿਚਾਰ ਕਰਦਾ ਸੀ, ਮੰਨਦਾ ਸੀ ਇਹ ਗੱਲ ਕਿ ਤੂੰ ਮੇਰੇ ਦੇਸ਼ 'ਚ ਸਾਰਿਆਂ ਨੂੰ ਸਿਆਣਾ ਬੰਦਾ। ਵਟ ਯੂ ਹੈਵ ਪ੍ਰੂਵਡ ਮੀ ਰੋਂਗ। ਪਰ ਤੂੰ ਤਾਂ ਮੈਨੂੰ ਗਲਤ ਸਾਬਿਤ ਕਰਤਾ। ਵੀ ਤੈਨੂੰ ਪਤਾ ਨਹੀਂ, ਦੱਸੋ ਹੁਣ ਅੱਗੇ ਕੀ ਬਣਿਆ। ਬੀਰਬਲ ਸੈਡ ਵਾਈ ਯੂਅਰ ਮੈਜੈਸਟੀ। ਬੀਰਬਲ ਨੇ ਕਿਹਾ ਕਿਉਂ ਮੇਰੇ ਪਿਆਰੇ ਮਹਾਰਾਜ। ਅਕਬਰ ਸੈਡ ਹਾਊ ਵਿਲ ਦ ਖਿਚੜੀ ਗੈਟ ਕੁਕਡ ਵੈਨ ਇਟ ਇਜ਼ 1 ਯਾਰਡ ਅਬਵ ਦ ਫਾਇਰ। ਉਹ ਕਹਿੰਦਾ ਮੈਨੂੰ ਦੱਸ ਤੂੰ। ਆ ਪਿਕਚਰ 'ਚ ਤੁਸੀਂ ਦੇਖਦੇ ਹੋ ਥੱਲੇ ਅੱਗ ਬਲਦੀ ਆ ਅਤੇ ਕਿੱਡੀ ਦੂਰ ਹੈ ਨਾ ਉਹਨੇ ਪੋਟ ਬੰਨਿਆ ਹੋਇਆ ਗਾ, ਆ ਦੇਖੋ, ਹੈ ਨਾ। ਉਹ ਕਹਿੰਦਾ ਮੈਨੂੰ ਦੱਸੋ ਤੁਸੀਂ। ਬਾਦਸ਼ਾਹ ਕਹਿੰਦਾ ਜਦੋਂ 1 ਯਾਰਡ ਦੂਰ ਫਾਇਰ ਵੱਲ ਰਹੀ ਆ, ਇੰਨਾ ਉਹਦੇ ਵਿੱਚ ਡਿਸਟੈਂਸ ਆ, ਤਾਂ ਖਿਚੜੀ ਕਿੱਦਾਂ ਰਿੱਝੂਗੀ। ਵਾਟ ਇਜ਼ ਰੋਂਗ ਵਿਦ ਯੂ ਬੀਰਬਲ। ਬੀਰਬਲ ਤੈਨੂੰ ਕੀ ਹੋ ਗਿਆ? ਕੀ ਤਰ੍ਹਾਂ ਦਿਮਾਗ ਹਿੱਲ ਗਿਆ? ਜਿਵੇਂ ਆਪਾਂ ਕਹਿੰਦੇ ਹਾਂ ਵੀ ਵਾਟਸ ਰੋਂਗ ਵਿਦ ਯੂ, ਕੀ ਗੱਲ ਆ, ਕੀ ਪ੍ਰੋਬਲਮ ਆ ਤੈਨੂੰ, ਹੈ ਨਾ। ਅੱਗੇ ਬੀਰਬਲ ਕੈਪਟ ਸਟੀਅਰਿੰਗ ਦ ਪਾਟ ਐਂਡ ਰਿਪਲਾਈਡ। ਹਾਂ ਹੁਣ ਇੱਥੇ ਸਟੀਅਰਿੰਗ ਦਾ ਮਤਲਬ ਹੁੰਦਾ ਆਪਾਂ ਹਿਲਾਉਣਾ ਕੜਛੀ ਨਾਲ। ਜਦੋਂ ਦਾਲ ਪਾਣੀ ਆਪਾਂ ਕੋਈ ਬਣਾਉਂਦੇ ਹਾਂ ਤਾਂ ਫਿਰ ਕੜਛੀ ਨਾਲ ਹਿਲਾਉਂਦੇ ਹਾਂ ਨਾ। ਅਤੇ ਕਹਿੰਦਾ ਉਹਨੇ ਆਪਦਾ ਪੋਟ ਨੂੰ ਹਿਲਾਉਂਦਾ ਰਿਹਾ ਖਿਚੜੀ ਬਣਾਉਣ ਲਈ। ਓ ਮਾਈ ਗ੍ਰੇਟ ਅੰਪਾਇਰ ਵੈਨ ਇਟ ਇਜ਼ ਪੋਸੀਬਲ ਅ ਪਰਸਨ ਟੂ ਰਿਸੀਵ ਵਾਰਮਥ ਫਰੋਮ ਦ ਫੇਂਟਲੀ ਗਲੋਇੰਗ lights a mile away, then it should be possible for the khichdi which is just a yard above the fire to get cooked। ਹੁਣ ਕੀ ਕਿਹਾ? ਕਹਿੰਦਾ ਉਹ ਮੇਰੇ ਮਹਾਨ ਮਹਾਰਾਜ, ਜਦੋਂ ਇਹ ਸੰਭਵ ਆ, ਪੋਸੀਬਲ ਆ ਇੱਕ ਪਰਸਨ ਲਈ, ਇੱਕ ਆਦਮੀ ਲਈ ਕਿ ਉਹ ਐਡੀ ਦੂਰੋਂ ਬਹੁਤ ਹੀ ਡਿਮ ਲਾਈਟਾਂ ਤੋਂ ਨਿੱਘ ਪ੍ਰਾਪਤ ਕਰ ਸਕਦਾ 1 ਮੀਲ ਦੂਰ ਤੋਂ, ਤਾਂ ਫਿਰ ਇਹ ਵੀ ਪੋਸੀਬਲ ਆ ਕਿ ਖਿਚੜੀ ਆ ਜਿਹੜੀ 1 ਯਾਰਡ ਦੂਰ ਤੋਂ ਕੁੱਕ ਹੋ ਜਾਵੇ। ਠੀਕ ਹੈ। ਹੁਣ ਦੇਖੋ ਉਹਨੇ ਆਪਦੀ ਗੱਲ ਕਿੰਨੇ ਸੋਹਣੇ ਢੰਗ ਨਾਲ ਕਹੀ, ਕਿੰਨੇ ਸੋਹਣੇ ਵਿਅੰਗ ਨਾਲ ਕਹੀ, ਹੈ ਨਾ। ਅਕਬਰ ਰਿਅਲਾਈਜ਼ਡ ਹਿਜ਼ ਮਿਸਟੇਕ। ਹੁਣ ਅਕਬਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਹੀ ਕਾਲਡ ਦਾ ਪੂਅਰ ਬ੍ਰਾਹਮਣ ਐਂਡ ਗੇਵ ਹਿਮ 2000 ਗੋਲਡ ਕੁਆਇਨਸ। ਉਹਨੇ ਪੂਅਰ ਜਿਹੜਾ ਗਰੀਬ ਬ੍ਰਾਹਮਣ ਸੀ ਉਹਨੂੰ ਬੁਲਾਇਆ ਅਤੇ 2000 ਸੋਨੇ ਦੇ ਸਿੱਕੇ ਉਹਦਾ ਇਨਾਮ ਸੀ ਜਿਹੜਾ ਉਹਨੂੰ ਦੇ ਤਾ। Akbar was happy that Birbal had helped him to realize his mistake। ਅਕਬਰ ਕੀ ਸੀ? ਖੁਸ਼ ਸੀ ਕਿ ਬੀਰਬਲ ਨੇ ਉਹਨੂੰ ਉਹਦੀ ਗਲਤੀ ਦਾ ਅਹਿਸਾਸ ਕਰਵਾਇਆ, ਉਹਨੂੰ ਗਲਤੀ ਨੂੰ ਸਮਝਣ ਵਿੱਚ ਉਹਦੀ ਮਦਦ ਕੀਤੀ। ਸੋ ਇਹ ਸੀਗਾ ਤੁਹਾਡਾ ਲੈਸਨ ਅਕਬਰ ਔਰ ਬੀਰਬਲ ਦੀ ਸਟੋਰੀ ਦੇ ਵਿੱਚੋਂ ਇੱਕ ਕਹਾਣੀ, ਬਹੁਤ ਹੀ ਖੂਬਸੂਰਤ ਬੀਰਬਲਸ ਖਿਚੜੀ।
ਸੋ ਇਸ ਤਰੀਕੇ ਨਾਲ ਕਹਾਣੀ ਵਿੱਚ ਸਾਨੂੰ ਕੀ ਸਿੱਖਿਆ ਦਿੱਤੀ ਗਈ ਹੈ ਕਿ ਅਸੀਂ ਜਦੋਂ ਕਿਸੇ ਦੀ ਗਲਤੀ ਦਾ ਅਹਿਸਾਸ ਕਰਾਉਣਾ ਹੋਵੇ, ਜ਼ਰੂਰੀ ਨਹੀਂ ਕਿ ਅਸੀਂ ਉਹਨੂੰ ਹਾਰਸ਼ਲੀ ਬੋਲ ਕੇ ਜਾਂ ਉਹਨੂੰ ਮਾੜਾ ਚੰਗਾ ਬੋਲ ਕੇ ਅਹਿਸਾਸ ਕਰਾਈਏ। ਅਸੀਂ ਉਹਨੂੰ ਪੋਲਾਈਟ ਵੇ ਨਾਲ ਵੀ ਉਹਦੀ ਗਲਤੀ ਦਾ ਅਹਿਸਾਸ ਕਰਾ ਸਕਦੇ ਹਾਂ, ਠੀਕ ਹੈ। ਅਤੇ ਉਹ ਇਸ ਤਰੀਕੇ ਨਾਲ ਕਰਾਏ ਅਹਿਸਾਸ ਨੂੰ ਮੰਨ ਵੀ ਲੈਂਦਾ। ਜਿਵੇਂ ਉਹ ਕਹਾਵਤ ਆ, ਕਹਿੰਦੇ ਸੁਬਹ ਕਾ ਭੂਲਾ ਅਗਰ ਸ਼ਾਮ ਕੋ ਘਰ ਆ ਜਾਏ ਉਸੇ ਭੂਲਾ ਨਹੀਂ ਕਹਤੇ, ਹੈ ਨਾ। ਸੋ ਬਹੁਤ ਵਧੀਆ ਕਹਾਣੀ ਸੀ। ਤੁਸੀਂ ਆਈ ਹੋਪ ਇਹਦੇ ਵਿੱਚੋਂ ਕੁਛ ਸਿੱਖਿਆ ਹੋਊ। ਜਦੋਂ ਤੁਸੀਂ ਆਪਣੀ ਗੱਲ ਕਿਸੇ ਦੇ ਅੱਗੇ ਰੱਖਣੀ ਆ ਤਾਂ ਪੋਲਾਈਟ ਵੇ ਨਾਲ ਰੱਖਣੀ ਆ। ਸੋ ਇਹ ਸੀ ਤੁਹਾਡੀ ਕਹਾਣੀ। ਹੁਣ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲੇ ਵੀਡੀਓ ਲੈਸਨ 'ਚ ਕਰਾਂਗੇ ਇਹਦੇ ਕੁਐਸਚਨ ਆਨਸਰਸ ਅਤੇ ਇਹਦੇ ਨਾਲ ਰਿਲੇਟਡ ਐਕਟੀਵਿਟੀਜ਼। ਜਦ ਤੱਕ ਤੁਸੀਂ ਇਹਨੂੰ ਦੁਬਾਰਾ ਪੜ੍ਹੋ ਅਤੇ ਮਾਣੋ ਇਹਦਾ ਆਨੰਦ। ਬਾਏ ਬੇਟਾ।